ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਾਰਥ ਅਮਰੀਕਾ ਨਿਊਜ਼ ਤੇ ਮੈਂ ਤੁਹਾਡਾ ਰਮਨ ਬਾਜਵਾ। ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹੁਣ ਤੱਕ ਦੀਆਂ ਹੈਡਲਾਈਨਸ ਤੇ। ਮਹਾਮਾਰੀ ਦੌਰਾਨ ਕੇਅਰ ਫॉर ਕਾਜ਼ ਸੰਸਥਾ ਲੋੜਵੰਦਾਂ ਦੀ ਕਰ ਰਹੀ ਹੈ ਮਦਦ। ਸੰਸਥਾ ਵੱਲੋਂ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਗਰੋਸਰੀ, ਫੂਡ ਅਤੇ ਹੋਰ ਜ਼ਰੂਰੀ ਸਮਾਨ। ਸੰਸਥਾ ਦੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੀ MP ਸੋਨੀਆ ਸਿੱਧੂ। NDP ਆਗੂ ਜਗਮੀਤ ਸਿੰਘ ਵੱਲੋਂ ਗ੍ਰੈਜੂਏਟ ਹੋਏ ਵਿਦਿਆਰਥੀਆਂ ਨੂੰ ਦਿੱਤੀ ਗਈ ਵਧਾਈ। ਸਿੰਘ ਨੇ ਭਵਿੱਖ ਦੇ ਏਜੰਡੇ ਨੂੰ ਲੈ ਕੇ ਵੀ ਕੀਤੀਆਂ ਕਈ ਗੱਲਾਂ। ਸਿੰਘ ਨੇ ਕਿਹਾ ਮਿਹਨਤ ਅਤੇ ਸਹੀ ਰਸਤੇ ਦੇ ਨਾਲ ਭਵਿੱਖ ਹੋਵੇਗਾ ਸੁਨਹਿਰੀ। ਦੁਨੀਆ ਭਰ ਵਿੱਚ ਕੋਵਿਡ-19 ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ। ਅੰਕੜਿਆਂ ਮੁਤਾਬਿਕ ਅਮਰੀਕਾ ਵਿੱਚ ਸਭ ਤੋਂ ਵਧੇਰੇ ਕਰੋਨਾ ਮਾਮਲੇ ਆਏ ਸਾਹਮਣੇ। ਬੀਤੇ ਹਫ਼ਤੇ 36 ਅਮਰੀਕੀ ਸੂਬਿਆਂ ਵਿੱਚ ਇਸ ਵਾਇਰਸ ਦੇ ਮਾਮਲਿਆਂ ਵਿੱਚ ਇਜ਼ਾਫਾ। ਹਾਂਗਕਾਂਗ ਮਸਲੇ ਤੇ ਅਮਰੀਕਾ ਦੀ ਪ੍ਰਤੀਕਿਰਿਆ ਵਿੱਚ ਚੀਨ ਨੇ ਅਮਰੀਕੀ ਲੋਕਾਂ ਦੇ ਵੀਜ਼ੇ ਤੇ ਪਾਬੰਦੀ ਲਗਾਉਣ ਦਾ ਲਿਆ ਫੈਸਲਾ। ਅਮਰੀਕਾ ਵੱਲੋਂ ਹਾਂਗਕਾਂਗ ਨਾਲ ਸੰਬੰਧਿਤ ਮੁੱਦਿਆਂ ਤੇ ਖਰਾਬ ਵਤੀਰੇ ਤੋਂ ਬਾਅਦ ਕੀਤਾ ਚੀਨ ਨੇ ਐਲਾਨ। ਅਮਰੀਕਾ ਦੇ ਫੈਸਲੇ ਤੇ ਚੀਨ ਨੇ ਸਖਤ ਪ੍ਰਤੀਕਿਰਿਆ ਕੀਤੀ ਜ਼ਾਹਿਰ। ਤੇ ਹੁਣ ਖਬਰਾਂ ਦਾ ਵਿਸਥਾਰ ਤੇ। ਕੋਵਿਡ-19 ਮਹਾਮਾਰੀ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਨੇ, ਜਿਨ੍ਹਾਂ ਵੱਲੋਂ ਗਰੋਸਰੀ, ਫੂਡ ਅਤੇ ਹੋਰ ਜ਼ਰੂਰੀ ਸਮਾਨ ਲੋੜਵੰਦਾਂ ਤੱਕ ਪਹੁੰਚਦਾ ਕੀਤਾ ਜਾ ਰਿਹਾ ਹੈ। ਅਜਿਹੀ ਇੱਕ ਸੰਸਥਾ ਹੈ ਕੇਅਰ ਫॉर ਕਾਜ਼, ਜਿੱਥੇ ਵਲੰਟੀਅਰਾਂ ਅਤੇ ਪ੍ਰਬੰਧਕਾਂ ਵੱਲੋਂ ਲੋੜਵੰਦ ਲੋਕਾਂ ਤੋਂ ਇਲਾਵਾ ਸ਼ੈਲਟਰਾਂ ਵਿੱਚ ਵੀ ਭੋਜਨ ਪਹੁੰਚਾਇਆ ਜਾਂਦਾ ਹੈ। ਸੰਸਥਾ ਦੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਲਈ ਅਤੇ ਸਹਿਯੋਗ ਦੇਣ ਲਈ MP ਸੋਨੀਆ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਫੂਡ ਅਤੇ ਸਮਾਨ ਦੀ ਪੈਕਿੰਗ ਵਿੱਚ ਸਹਾਇਤਾ ਕੀਤੀ ਅਤੇ ਦੱਸਿਆ ਕਿ ਕੇਅਰ ਫॉर ਕਾਜ਼ ਸੰਸਥਾ ਹੁਣ ਤੱਕ 45,000 ਫੂਡ ਪੈਕੇਟ ਅਤੇ 2,000 ਜ਼ਰੂਰੀ ਸਮਾਨ ਦੇ ਪੈਕੇਟ ਲੋੜਵੰਦਾਂ ਤੱਕ ਪਹੁੰਚਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਾਂ ਤਾਂ ਅਜਿਹੀਆਂ ਸੰਸਥਾਵਾਂ ਤੋਂ ਸਿੱਖ ਕੇ ਅਸੀਂ ਬਹੁਤ ਵਧੀਆ ਕੰਮ ਕਰ ਸਕਦੇ ਹਾਂ। ਕਾਬਲੇ ਜ਼ਿਕਰ ਹੈ ਕਿ ਕੇਅਰ ਫॉर ਕਾਜ਼ ਸੰਸਥਾ ਵੱਲੋਂ ਬਰੈਂਪਟਨ, ਮਿਸਾਗਾ ਤੋਂ ਇਲਾਵਾ ਕਿਚਨਰ ਅਤੇ ਵਾਟਰਲੂ ਇਲਾਕੇ ਵਿੱਚ ਵੀ ਸ਼ੈਲਟਰਾਂ ਵਿੱਚ ਪਹੁੰਚ ਹਰ ਹਫ਼ਤੇ ਫੂਡ ਅਤੇ ਜ਼ਰੂਰੀ ਸਮਾਨ ਦੇ ਪੈਕੇਟ ਵੰਡੇ ਜਾਂਦੇ ਨੇ। ਕੈਨੇਡਾ ਨਿਵਾਸੀਆਂ ਵੱਲੋਂ ਹਰ ਸਾਲ ਧੂਮਧਾਮ ਦੇ ਨਾਲ ਕੈਨੇਡਾ ਡੇ ਮਨਾਇਆ ਜਾਂਦਾ ਹੈ, ਪਰ ਇਸ ਸਾਲ ਕੋਵਿਡ-19 ਮਹਾਮਾਰੀ ਦੌਰਾਨ ਸੋਸ਼ਲ ਡਿਸਟੈਂਸ ਰੱਖ ਕੇ ਮਨਾਇਆ ਜਾ ਰਿਹਾ ਹੈ। ਬਰੈਂਪਟਨ ਈਸਟ ਤੋਂ MP ਮਨਿੰਦਰ ਸਿੱਧੂ ਵੱਲੋਂ ਵੀ ਆਪਣੀਆਂ ਰਾਈਡਿੰਗ ਦੇ ਲੋਕਾਂ ਨਾਲ ਕੈਨੇਡਾ ਡੇ ਮਨਾਇਆ ਗਿਆ, ਜਿੱਥੇ ਲੋਕਾਂ ਨੇ ਘਰਾਂ ਦੇ ਦਰਵਾਜ਼ਿਆਂ ਤੇ ਖੜ ਕੇ ਹੱਥਾਂ ਵਿੱਚ ਨੈਸ਼ਨਲ ਫਲੈਗ ਫੜ ਕੇ ਕੈਨੇਡਾ ਡੇ ਦੀਆਂ ਖੁਸ਼ੀਆਂ ਆਪਣੇ MP ਨਾਲ ਸਾਂਝੀਆਂ ਕੀਤੀਆਂ। ਓਨਟਾਰੀਓ ਵਿੱਚ ਕੁਝ ਦਿਨ ਪਿੱਛੋਂ 200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ। ਓਨਟਾਰੀਓ ਸਿਹਤ ਵਿਭਾਗ ਨੇ ਸੋਮਵਾਰ ਨੂੰ ਸੂਬੇ ਵਿੱਚ 257 ਨਵੇਂ ਕੋਵਿਡ-19 ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚੋਂ ਜ਼ਿਆਦਾਤਰ ਮਾਮਲੇ ਵਿੰਡਸਰ, ਐਸੈਕਸ ਖੇਤਰ ਨਾਲ ਸੰਬੰਧਿਤ ਨੇ। ਸੂਬੇ ਵਿੱਚ ਇਸ ਤੋਂ ਪਿਛਲੇ ਦਿਨ ਸੂਬੇ ਵਿੱਚ 178 ਨਵੇਂ ਮਾਮਲੇ ਰਿਪੋਰਟ ਆਏ ਸਨ, ਜਦਕਿ ਸ਼ਨੀਵਾਰ ਨੂੰ 160 ਅਤੇ ਸ਼ੁੱਕਰਵਾਰ ਨੂੰ ਸਿਰਫ 111 ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਨਵੇਂ ਕਰੋਨਾ ਵਾਇਰਸ ਮਾਮਲਿਆਂ ਵਿੱਚੋਂ 177 ਮਾਮਲੇ ਵਿੰਡਸਰ, ਐਸੈਕਸ ਖੇਤਰ ਦੇ ਨੇ, ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਹੈ। 80 ਨਵੇਂ ਮਾਮਲੇ ਸੂਬੇ ਦੇ ਹੋਰ ਇਲਾਕਿਆਂ ਵਿੱਚੋਂ ਨੇ, ਜਿਨ੍ਹਾਂ ਵਿੱਚ 40 ਪੀਲ ਖੇਤਰ ਦੇ ਨੇ। ਇਸ ਦੇ ਨਾਲ ਹੀ ਓਨਟਾਰੀਓ ਨੇ ਕੋਵਿਡ-19 ਨਾਲ ਸੰਬੰਧਿਤ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਕੋਵਿਡ-19 ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 2,665 ਹੋ ਗਈ ਹੈ। ਉੱਥੇ ਹੀ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇੱਕ ਵਾਰ ਮੁੜ ਤੋਂ ਮੰਗ ਕੀਤੀ ਹੈ ਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਮਿਊਨਿਸਪੈਲਿਟੀਜ਼ ਦੇ ਫਰੰਟ ਲਾਈਨ ਵਰਕਰਾਂ ਦੀ ਸਹਾਇਤਾ ਲਈ ਅੱਗੇ ਆਉਣ। ਮੇਅਰ ਨੇ ਆਖਿਆ ਕਿ ਦੋਵੇਂ ਸਰਕਾਰਾਂ ਇੱਕ ਦੂਜੇ ਨੂੰ ਟੇਬਲ ਤੇ ਆਉਣ ਲਈ ਕਹਿ ਰਹੀਆਂ ਨੇ, ਪਰ ਜ਼ਰੂਰੀ ਹੈ ਕਿ ਸਿਟੀਜ਼ ਦੀ ਸਹਾਇਤਾ ਲਈ ਹੱਥ ਅੱਗੇ ਵਧਾਇਆ ਜਾਏ। The announcement of that $2 billion is no new money for Brampton or Canadian municipalities. That was a re-announcement of the previous gas tax transfer. That's something that's always been there. That doesn't provide any assistance to Canadian municipalities. The payment that was expected in the fall was simply moved up a few months. This is, the gas tax transfer has been something that municipalities have depended on for infrastructure over the last decade and a half. So it's disappointing that the provincial and federal governments haven't come to the table in terms of COVID-related expenses for municipalities. Mayor Tory in Toronto, Mayor Iveson in Edmonton, Valley Plant in Montreal have been outspoken that this is a shortfall that needs to be adjusted. It seems every day there's a new announcement being made by federal or provincial governments, financial support for a different sector of the Canadian economy. I struggle to appreciate why they haven't decided to come to the table and support frontline municipal essential workers. And what I'm talking about is
our first responders, our paramedics. Obviously they need additional protective equipment. Public health workers that are funded municipally, our firefighters, our transit operators, and we've had to adjust how we do transit with the glass barriers, the adjustments with personal protective equipment, our waste collection. These are all essential services that we can't stop. Municipalities don't have the ability to run deficits like provincial and federal governments do, and we can't be in a position where municipalities run out of money and these critical services have to be curtailed. I can't imagine any world where the Premier or the Prime Minister would allow the public health, the first responders budgets to run out during a pandemic. And so I do expect they'll come to the table at some point. Frankly, I think it's taken too long. There seems to be a lot of inner fighting between the two levels of government. The provincial government saying the federal government's going to come to the table first. The federal government saying the provincial government is going to come to the table first. They both recognize, I've heard this directly from the provincial minister of finance, I've heard it from the deputy prime minister, they tell me they both recognize they have an obligation to come to the table and help out. ਪੀਲ ਰੀਜਨ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਲਾਰੈਂਸ ਲੋ ਨੇ ਦੱਸਿਆ ਕਿ ਫਿਲਹਾਲ ਸਾਡੀ ਕਮਿਊਨਿਟੀ ਵਿੱਚ ਅਰਥਚਾਰਾ ਖੁੱਲ ਰਿਹਾ, ਇਸ ਲਈ ਲੋਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਤੇ ਆਪਣੇ ਗਰੁੱਪਾਂ ਤੋਂ ਬਾਹਰ ਨਾ ਜਾਣ. We still have COVID-19 in our community, and one slip up can lead to clusters, which can lead to outbreaks, which can lead to many more transmissions, which would lead us back to the picture that we had in March, which is not where we want to go. So I really applaud everyone, businesses, residents, for wanting to take precautions. The best way that we can protect ourselves going forward is to remember what are called the core four behavior. So the core four behaviors, it's a campaign that we've launched here at Peel. You've also seen it in other jurisdictions as well, but you've heard me saying it for the last few months. It's a matter of people making sure that they're washing their hands frequently, making sure that you're maintaining that critical 2-meter distance with people outside of your social circle, that you are wearing a non-medical mask where that's difficult or not possible. For example, on transit where it's now mandated, or in interior spaces such as retail or grocery stores, etc. Definitely be wearing a non-medical mask. And then if you feel sick, you should absolutely be getting tested and then staying home, because that's one of the surest things we can do. If you're feeling sick, you got a cough, you got a fever, a runny nose, even if it's the most mild symptom of all, you should probably still get tested just to make sure it's not COVID, and then stay home until you get the all clear. And so in terms of those 4 core behaviors, there are a lot of things that we can do. Sticking to the social circles, the social gathering limits is important. And I'll explain quickly what the difference is. So a social circle refers to a group of 10 people with whom you share close contact with. So this can be, your family plus extended relatives, plus maybe some close friends. Those 10 people need to commit that they are distancing from everyone outside of that circle, and right to the extent possible. And so that's how you actually move forward together, and you can actually have closer contact in a social circle. Social gatherings, on the other hand, are still limited to 10. We don't want to see massive crowds because we know COVID likes that. So what you want to do is you want to have social gatherings of not more than 10 people, and people should still be spaced 2 meters apart. And then the last thing that I'll mention as well is, because COVID is spread person to person, it's helpful to keep track of interactions as well. So if you have like an online diary, like an agenda for your day and all these other pieces, you'll be able to remember who you came in contact with, etc. in the event you test positive. ਐਨਡੀਪੀ ਐਮਪੀਪੀ ਲਿੰਡ ਵੱਲੋਂ ਸਿਸਟਮੈਟਿਕ ਰੇਸਿਜ਼ਮ ਦਾ ਮੁੱਦਾ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਚੁੱਕਿਆ ਗਿਆ, ਜਿਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਇਸ ਨੂੰ ਖਤਮ ਕਰਨ ਲਈ ਜ਼ੋਰ ਨਹੀਂ ਲਗਾਇਆ ਗਿਆ। ਉਹਨਾਂ ਕਿਹਾ ਕਿ ਓਪੀਐਸ ਵਰਕਰਸ ਨਾਲ ਵੀ ਰੇਸਿਜ਼ਮ ਹੁੰਦਾ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਕਿਸੇ ਵੀ ਵਰਕ ਪਲੇਸ ਤੇ ਰੇਸਿਜ਼ਮ ਲਈ ਕੋਈ ਥਾਂ ਨਹੀਂ ਹੈ। Thank you, Mr. Speaker. Systemic racism was a problem under the Liberals, and it hasn't gotten any better under this government. In 2017, reports with similar experiences from OPS workers was also released. Dating as far back as 2007, OPS employees raised issues of systemic anti-Black and anti-Indigenous racism with government. And at that time, they were promised that people would act with lightning speed to change the culture. It was only in 2017 that an anti-racism policy for the OPS was developed, and OPS employees were promised anti-racism programs with measurable targets and indicators. Unfortunately, there's no record of actual concrete change from this government.
And so my question is whether or not the work that has just been outlined is actually going to be public so that OPS workers, no matter who they are or what color they are or what their ethnic background is, will finally feel safe working in government in Ontario. The Attorney General. Thank you, Mr. Speaker. And discrimination and harassment have no place in any workplace, whether it be government or private sector. We are fully committed to addressing systemic racism in all forms, and we want to advance inclusion and achieve equity in our workplaces. We are committed to fostering a more inclusive workplace, culture free of discrimination and harassment. We have completed an independent external review of complex workplace discrimination and harassment cases that was in 2018, and we're taking steps to implement those recommendations. We have ensured supports and resources are available to OPS employees who face discrimination or harassment, as well as for managers to support their employees. We've developed an anti-racism competency and capacity building program to build human resources policies that ensure a more equitable, respectful, and inclusive OPS. In 2018, we developed and launched the anti-racism policy to identify and address systemic barriers. And the President of the Treasury Board is working with the Anti-Racism Directorate and MGCS on a broader review of workplace culture and systemic issues. While we are working to advance change and progress, we also know that there is more that can be done, and we are committed to that action. ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਵੀ ਗ੍ਰੈਜੂਏਟ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ, ਜਿਨ੍ਹਾਂ ਭਵਿੱਖ ਦੇ ਏਜੰਡੇ ਨੂੰ ਲੈ ਕੇ ਕਈ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸਿੰਘ ਨੇ ਕਿਹਾ ਕਿ ਮਿਹਨਤ ਅਤੇ ਸਹੀ ਰਸਤੇ ਦੇ ਨਾਲ ਭਵਿੱਖ ਸੁਨਹਿਰਾ ਹੋਏਗਾ। ਉਹਨਾਂ ਆਖਿਆ ਕਿ ਇਸ ਸਮੇਂ ਆਪਣੇ ਆਪ ਨੂੰ ਸੰਭਾਲਣਾ ਵੀ ਜ਼ਰੂਰੀ ਹੈ। Hey graduates, I know this isn't the graduation that you expected. We're living in pretty unexpected times. But to help you celebrate this graduation, I want to share with you a couple of words of advice. First off, just take a moment and breathe. You've got to take care of yourself. I know it sounds obvious, but it's very important. Secondly, in this difficult time, I know it's hard to predict the future. A lot of people are worrying about the future, and we're in uncertain times. And when people are worried and afraid, they're less likely to take chances. But that is what makes young people so amazing. Your passion, your excitement, and your hope for the future. Don't let these difficult times get you down. I want you to take those chances. When you get older, and I can say that now with my gray beard, that you look back on life and you don't really think about the chances that you took that didn't work out, but you really regret the opportunities that you didn't take. So take chances. And finally, and I think most importantly, this crisis has shown us all how connected we are, how we are all in this together. We are all one. And so I want to encourage you all to find ways to take care of one another. It's only when we really look beyond ourselves and lift the people up around us that we live a life that feels rewarding. So find ways to take care of one another, lift each other up so that we all rise together. I know your passion and your excitement and your creativity are going to chart a course forward. I can't wait to see what you do. And I'll be there cheering along your side and fighting to make sure the future is bright. ਮਿਸੀਸਾਗਾ ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਨੇ ਕਿਹਾ ਕਿ ਟ੍ਰਾਂਜ਼ਿਟ ਵਿੱਚ ਹੈਂਡ ਕਲੀਨਿੰਗ ਨੂੰ ਯਕੀਨੀ ਬਣਾਉਣ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ $15 ਮਿਲੀਅਨ ਐਲਾਨੇ ਗਏ ਨੇ। ਉਹਨੇ ਕਿਹਾ ਕਿ ਇਸ ਰਾਸ਼ੀ ਵਿੱਚੋਂ ਮਿਸੀਸਾਗਾ ਸ਼ਹਿਰ ਨੂੰ ਵੀ $7,44,000 ਤੱਕ ਸਹਾਇਤਾ ਮਿਲੇਗੀ। Hi, this is Deepak Anand, your MPP from Mississauga Malton. The health and well-being of Ontario's transit passengers and employees is a top priority. That is why your government is providing $15 million to 110 municipalities across the province to support the enhanced cleaning of public transit system and stop the spread of COVID-19. This funding of $744,000 will support our local transit system here in Mississauga as the province gradually reopens and people return to work. It is a part of Ontario's action plan responding to COVID-19, our government's immediate response to the global pandemic. Our plan provides urgent and direct support to help businesses, workers, families, students, Indigenous people and communities across Ontario. Together with the social distancing and following the advice of our public health experts, we'll stop the spread of COVID-19. Thank you so much. ਮਿਸੀਸਾਗਾ ਸਟਰੀਟਸਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਵੱਲੋਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ, ਜਿਨ੍ਹਾਂ ਆਖਿਆ ਕਿ ਸੁਨਹਿਰੇ ਭਵਿੱਖ ਲਈ ਜ਼ਰੂਰਤ ਹੈ ਕਿ ਅਸੀਂ ਮਿਹਨਤ ਨਾਲ ਅੱਗੇ ਵਧੀਏ। To the graduating class of 2020, my name is Nina Tangri and I'm the Member of Provincial Parliament in Mississauga Streetsville, and it's my pleasure to virtually join you today. I know the graduation you are participating in today is not what you have anticipated even a few months ago. It has been a very challenging time, and although you're not able to be together with your friends and your teachers,
This is such a milestone in your lives. But the fact that you are here today is a testament to your success, your perseverance, adaptability, and commitment to your studies and to each other allowed you to overcome the challenges brought upon us by a global pandemic. Today, you mark a closing chapter in your educational journey. Whether you're returning to school next year, entering the workforce, or preparing for post-secondary education, the skills and experiences you now have will prepare you for your next steps. Whether your career paths take you into teaching, in healthcare, manufacturing, or even perhaps in the legislature of Ontario, I wish you all the best. The future belongs to you. ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੰਮ ਕਰਨ ਵਾਲੀ ਪੀਲ ਰੀਜਨਲ ਪੁਲਿਸ ਸਿਟੀ ਆਫ ਬਰੈਂਪਟਨ ਅਤੇ ਬਾਇਲਾ ਅਫਸਰਾਂ ਦਾ ਧੰਨਵਾਦ ਕੀਤਾ ਗਿਆ। Just bringing you a personal message from me, the Chief of Police at Peel Regional Police, to the City of Brampton Municipal Bylaw. I just want to thank you for your efforts during this pandemic. We know it's been challenging times and your work is at risk for your health, but also some demands placed on you by the emergency orders that we've been navigating together. And far too often we get busy with our work and you don't get to hear it from the organization that's right beside you, Peel Regional Police and all its members. Thank you for your resiliency and your partnership. We look forward to continuing to work together. ਦੁਨੀਆ ਭਰ ਵਿੱਚ ਕੋਵਿਡ-19 ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਲੱਖ ਤੋਂ ਪਾਰ ਪਹੁੰਚ ਗਈ ਹੈ ਤੇ ਜਾਨ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਿਕ ਮੌਤ ਦੀ ਗਿਣਤੀ 5,68,473 ਤੋਂ ਵਧੇਰੇ ਹੈ ਕਿਉਂਕਿ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਇਨਫੈਕਟਡਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵਿਸ਼ਵ ਵਿੱਚ ਕੋਵਿਡ-19 ਇਨਫੈਕਟਾਂ ਦੀ ਗਿਣਤੀ 1,04,2675 ਹੈ ਤੇ ਇਹਨਾਂ ਵਿੱਚੋਂ 56,81,700 ਲੋਕ ਠੀਕ ਹੋ ਚੁੱਕੇ ਨੇ। ਯੂਨੀਵਰਸਿਟੀ ਮੁਤਾਬਿਕ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਹੁਣ ਤੱਕ 1,28,783 ਮੌਤਾਂ ਹੋ ਚੁੱਕੀਆਂ ਨੇ ਜੋ ਕਿ ਵਿਸ਼ਵ ਦੇ ਅੰਕੜਿਆਂ ਦਾ 1/4 ਭਾਗ ਹੈ। ਬੀਤੇ ਹਫ਼ਤੇ 36 ਅਮਰੀਕੀ ਸੂਬਿਆਂ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ। ਕਈ ਅਮਰੀਕੀ ਸੂਬਿਆਂ ਵਿੱਚ ਫਿਰ ਤੋਂ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਘੱਟ ਤੋਂ ਘੱਟ 1 ਦਰਜਨ ਸੂਬਿਆਂ ਨੇ ਪਾਬੰਦੀ ਲਗਾ ਦਿੱਤੀ ਹੈ ਤੇ ਅਨਲੌਕ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਵਿਸ਼ਵ ਭਰ ਦੇ ਸਿੱਖਾਂ ਲਈ ਇੱਕ ਨਿਵੇਕਲੀ ਖੁਸ਼ਖਬਰੀ ਸਾਹਮਣੇ ਆਈ ਹੈ। ਅਮਰੀਕਾ ਦੇ ਨਿਊ ਜਰਸੀ ਸੂਬੇ ਦੀ ਸੈਨੇਟ ਅਤੇ ਅਸੈਂਬਲੀ ਨੇ ਇੱਕ ਜੁਆਇੰਟ ਬਿੱਲ ਪਾਸ ਕੀਤਾ ਹੈ। ਇਸ ਬਿੱਲ ਵਿੱਚ ਅਸੈਂਬਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਪ੍ਰਵਾਨ ਕਰਦਿਆਂ ਧਾਰਮਿਕ, ਸੱਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰੱਖਣ ਦੀ ਮਹਾਨਤਾ ਨੂੰ ਲੋਕਾਂ ਵਿੱਚ ਪ੍ਰਸਾਰ ਅਤੇ ਪ੍ਰਚਾਰ ਕਰਨ ਦੀ ਗੱਲ ਵੀ ਆਖੀ ਗਈ। ਇਸ ਬਿੱਲ ਵਿੱਚ ਸਿੱਖ ਕੌਮ ਨੂੰ ਵੱਖਰੇ ਧਰਮ ਅਤੇ ਘੱਟ ਗਿਣਤੀ ਧਰਮ ਦੇ ਤੌਰ ਤੇ ਐਲਾਨਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਬਿੱਲ ਨੂੰ ਸੈਨੇਟ ਅਤੇ ਅਸੈਂਬਲੀ ਵਿੱਚ ਕ੍ਰਮਵਾਰ ਪਿਛਲੇ ਦਸੰਬਰ ਅਤੇ ਇਸ ਸਾਲ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨੁਮਾਇੰਦਿਆਂ ਵੱਲੋਂ ਮੈਜੋਰਟੀ ਸੈਨੇਟ ਆਫਿਸ ਨਾਲ ਮੀਟਿੰਗ ਕਰਕੇ ਬਿੱਲ ਵਿੱਚ ਕੁਝ ਸੋਧਾਂ ਕਰਕੇ ਦਰੁਸਤ ਕੀਤਾ ਗਿਆ ਸੀ। ਇਸ ਬਿੱਲ ਦੇ ਸਪਾਂਸਰ ਮਿਸਟਰ ਸਟੀਫਨ ਸਬੀ ਜੋ ਕਿ ਨਿਊ ਜਰਸੀ ਸਟੇਟ ਦੀ ਸੈਨੇਟ ਦੇ ਪ੍ਰਧਾਨ ਨੇ ਅਤੇ ਕੋ-ਸਪਾਂਸਰ ਪੈਟਰਿਕ ਡਿਗਨੈਨ ਨੇ। ਮਿਸਟਰ ਪੈਟਰਿਕ ਡਿਗਨੈਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰਸਤਾਵ ਸੈਨੇਟ ਵਿੱਚ ਸੋਮਵਾਰ 29 ਜੂਨ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕੀਤਾ ਗਿਆ। ਸਰਦਾਰ ਖੜੋਨ ਨੇ ਨਿਊ ਜਰਸੀ ਸੈਨੇਟ ਤੇ ਅਸੈਂਬਲੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਐਮਾਜ਼ੋਨ ਦੇ ਇੱਕ ਗੋਦਾਮ ਵਿੱਚ ਹੋਈ ਗੋਲੀਬਾਰੀ ਵਿੱਚ 2 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ। ਰਿਪੋਰਟਾਂ ਮੁਤਾਬਿਕ ਗੋਲੀਬਾਰੀ ਸਥਾਨਕ ਸਮੇਂ ਮੁਤਾਬਿਕ ਦੁਪਹਿਰ 2 ਵਜੇ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਐਮਾਜ਼ੋਨ ਦੇ ਗੋਦਾਮ ਵਿੱਚ ਹੋਈ। ਗੋਲੀਬਾਰੀ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਸ਼ੱਕੀ ਵਿਅਕਤੀ ਦੇ ਫੜਨ ਦੀ ਕੋਈ ਜਾਣਕਾਰੀ ਨਹੀਂ ਹੈ। ਜੈਂਕਸਵਿਲਾ ਸ਼ੈਰਿਫ ਦਫ਼ਤਰ ਮਾਮਲੇ ਦੀ ਜਾਂਚ ਕਰ ਰਿਹਾ। ਇਹ ਘਟਨਾ ਕਿਉਂ ਵਾਪਰੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਜ਼ਿਕਰ ਖਾਸ ਹੈ ਕਿ ਪਿਛਲੇ 2-3 ਦਿਨਾਂ ਤੋਂ ਅਮਰੀਕਾ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਗੋਦਾਮ ਜਾਂ ਮਾਲ ਵਿੱਚ ਗੋਲੀਬਾਰੀ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਹਟਣ ਮਗਰੋਂ ਅਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀਆਂ ਜੇਲ੍ਹਾਂ ਵਿੱਚ 2600 ਕੈਦੀ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਨੇ। ਕੈਲੀਫੋਰਨੀਆ ਦੇ ਗਵਰਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹਨਾਂ ਵਿੱਚੋਂ 1000 ਤੋਂ ਵਧੇਰੇ ਕੈਦੀ ਸੈਨ ਕੁਇੰਟਨ ਦੀ ਜੇਲ੍ਹ ਵਿੱਚ ਸੰਕਰਮਿਤ ਪਾਏ ਗਏ ਨੇ। ਨਿਊ ਸੋਮ ਨੇ ਕਿਹਾ ਕਿ ਕੈਲੀਫੋਰਨੀਆ ਜੇਲ੍ਹ ਪ੍ਰਣਾਲੀ ਵਿੱਚ 2599 ਕੈਦੀ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਨੇ। ਸੈਨ ਕੁਇੰਟਨ ਦੀ ਜੇਲ੍ਹ ਵਿੱਚ ਹੀ 1011 ਕੈਦੀ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਨੇ। ਜ਼ਿਕਰ ਖਾਸ ਹੈ ਕਿ ਮਹਾਮਾਰੀ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਕੈਲੀਫੋਰਨੀਆ ਵੀ ਵੱਖ-ਵੱਖ ਜੇਲ੍ਹਾਂ ਵਿੱਚ ਹੁਣ ਤੱਕ 3500 ਕੈਦੀਆਂ ਨੂੰ ਛੱਡ ਚੁੱਕਿਆ ਹੈ। ਹਾਂਗਕਾਂਗ ਦੇ ਮਸਲੇ ਤੇ ਅਮਰੀਕਾ ਦੀ ਪ੍ਰਤੀਕਿਰਿਆ ਵਿੱਚ ਚੀਨ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਚੀਨ ਮੁਤਾਬਿਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕਾ ਵੱਲੋਂ ਹਾਂਗਕਾਂਗ ਨਾਲ ਸੰਬੰਧਿਤ ਮੁੱਦਿਆਂ ਤੇ ਖਰਾਬ ਵਤੀਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨੀ ਲੋਕਾਂ ਦੇ ਵੀਜ਼ੇ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਅਮਰੀਕਾ ਦੇ ਫੈਸਲੇ ਤੇ ਚੀਨ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਾਂਗਕਾਂਗ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪਾਸ ਹੋਣ ਵਿੱਚ ਰੁਕਾਵਟ ਪਾਉਣ ਦੀ ਅਮਰੀਕੀ ਯੋਜਨਾ ਕਦੇ ਵੀ ਸਫਲ ਨਹੀਂ ਹੋਏਗੀ। ਟਰੰਪ ਸਰਕਾਰ ਨੇ ਚੀਨੀ ਅਧਿਕਾਰੀਆਂ ਦੇ ਵੀਜ਼ੇ ਤੇ ਰੋਕ ਲਗਾਉਣ ਤੋਂ ਬਾਅਦ ਚੀਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਿਸੇ ਦੇ ਕੋਲ ਕੋਈ ਕਾਨੂੰਨੀ ਆਧਾਰ ਨਹੀਂ ਹੈ ਕਿ ਹਾਂਗਕਾਂਗ ਦੇ ਮਾਮਲੇ ਤੇ ਗੈਰ ਜ਼ਿੰਮੇਦਾਰਾਨਾ ਟਿੱਪਣੀ ਕਰ ਸਕੇ। ਕਾਨੂੰਨ ਬਣਾਉਣ ਵਾਲੀ ਕਮੇਟੀ ਦੇ ਬਿੱਲ ਤੇ ਚਰਚਾ ਤੋਂ ਬਾਅਦ ਚੀਨ ਹਾਂਗਕਾਂਗ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਲਈ ਤਿਆਰ ਹੈ। ਹਾਂਗਕਾਂਗ ਪਿਛਲੇ ਸਾਲ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਚਰਚਾ ਵਿੱਚ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਰਕਾਰ ਨੂੰ ਵੀ ਵਧੇਰੇ ਸੁਤੰਤਰਤਾ ਦੀ ਮੰਗ ਕੀਤੀ ਹੈ ਕਿਉਂਕਿ ਚੀਨ ਨਵਾਂ ਸੁਰੱਖਿਆ ਕਾਨੂੰਨ ਲਿਆਉਣ ਜਾ ਰਿਹਾ ਹੈ। ਅਮਰੀਕਾ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਉਹਨਾਂ ਤੇ ਹਾਂਗਕਾਂਗ ਵਿੱਚ ਮਨੁੱਖੀ ਅਧਿਕਾਰਾਂ ਤੇ ਸੁਤੰਤਰਤਾ ਦੇ ਬੁਨਿਆਦੀ ਅਧਿਕਾਰਾਂ ਦੇ ਕਾਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਚੀਨ ਨੇ ਵੀ ਹਾਂਗਕਾਂਗ ਸੰਬੰਧੀ ਮੁੱਦਿਆਂ ਨੂੰ ਲੈ ਕੇ ਚੀਨੀ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾਉਣ ਦੇ ਅਮਰੀਕਾ ਦੇ ਫੈਸਲੇ ਦਾ ਸਖਤ ਵਿਰੋਧ ਜਤਾਇਆ ਸੀ। ਫਿਲਹਾਲ ਖਬਰਾਂ ਦੇ ਇਸ ਬੁਲਟਨ 'ਚ ਇੰਨਾ ਹੀ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।